Okay, question number third. So question number third, exercise 8.2 is कहता है ABCD is a rectangle. अपने को एक rectangle दी shape है. A B C D ਕਹਿੰਦਾ ABCD ਜਿਹੜਾ ਹੈ ਉਹ ਇੱਕ rectangle ਹੈ ਤੇ ਇਸ ਦੇ ਵਿੱਚ ਆਪਣੇ ਕੋਲ ਕਹਿੰਦਾ ਹੈ ਕਿ PQRS are the midpoint of AB ਯਾਨੀ ਜਿਹੜਾ AB ਦਾ midpoint ਹੈ ਉਹ ਸਾਡੇ ਕੋਲ ਹੈਗਾ P BC ਦਾ midpoint ਜਿਹੜਾ ਹੈ ਉਹ ਹੈ ਆਪਣੇ ਕੋਲ Q CD ਦਾ midpoint ਆਪਣੇ ਕੋਲ ਹੈਗਾ R ਤੇ AD ਦਾ midpoint ਆਪਣੇ ਕੋਲ ਹੈਗਾ S ਇਹਨਾਂ ਨੂੰ ਅਸੀਂ ਆਪਸ ਵਿੱਚ ਜੁਆਇਨ ਕਰਦੇ ਹਾਂ ਇਸ ਤਰੀਕੇ ਨਾਲ ਤੇ क्वेश्चन तो सानू ने क्या है कि प्रूव दैट क्वाड्रिलेटरल PQRS ਜਿਹੜਾ क्वाड्रिलेटरल ਜਿਹੜਾ ਬੰਦਾ ਪਿਆ ਹੈ ਇਹ क्वाड्रिलेटरल ਇੱਕ रोम्बस है ਅਸੀਂ ਇਹ ਪ੍ਰੂਫ ਇਸ ਦੇ ਵਿੱਚ ਕਰਕੇ ਦਿਖਾਣਾ ਹੈ ਤੇ ਸਾਨੂੰ ਗਿਵਨ ਇਹ ਹੈ ਕਿ ABCD ਜਿਹੜਾ ਹੈ ਉਹ ਇੱਕ ਰੈਕਟੈਂਗਲ ਹੈ ਸੋ ਫਰਸਟ ਆਫ ਆਲ गिवन अपन नीचे क्या गिवन है और रेक्टेंगल ABCD अपन गिवन है टू प्रूव असी प्रूव करके दिखाना है कि PQRS इज a rhombus. So now proof. सो प्रूफ ਦੇ ਵਿੱਚ ਆਪਣੇ ਕੋਲ ਕੀ ਹੈ ਫਸਟ ਆਪਾਂ ਸੇਮ ਆਪਣੇ ਮਿਡ ਪੁਆਇੰਟ ਥਿयोरम ਹੀ ਲਗਾਵਾਂਗੇ ਇਸ ਕੁਐਸਚਨ 'ਚ ਕਿਉਂਕਿ ਮਿਡ ਪੁਆਇੰਟ ਹੈ ਆਪਣੇ ਕੋਲ ਸੋ ਵੀ ਕੈਨ ਅਪਲਾਈ ਹੇਅਰ ਮਿਡ ਪੁਆਇੰਟ ਥਿयोरम ਮਿਡ ਪੁਆਇੰਟ ਥਿयोरम ਪੁਆਇੰਟ ਵਿੱਚ ਲਗਾ ਸਕਦੇ ਹਾਂ one thing more okay so first of all you can use here that since P and S are the midpoint of AB and AD. So ਆਪਾਂ ਲਿਖ ਸਕਦੇ ਹਾਂ ਇਹਦੇ 'ਚ PS is parallel to BD and the reason ਉਸ ਤੋਂ ਬਾਅਦ ਜੇ PS parallel ਹੈ BD ਤਾਂ ਆਪਾਂ ਇਹ ਵੀ ਲਿਖ ਸਕਦੇ ਹਾਂ that PS is equal to half of BD and the reason is midpoint theorem. ਇਹਨੂੰ ਫਿਲਹਾਲ ਨੰਬਰ 1 ਦੇ ਕੇ ਤੇ ਛੱਡ ਦੋ similarly ਅਸੀਂ ਕਹਿ ਸਕਦੇ ਹਾਂ ਕਿ Q and R are the midpoint of BC and CD. BC CD ਜਿਹੜੇ midpoints ਨੇ ਉਹ Q ਤੇ R ਸਾਡੇ ਕੋਲ so ਜੇ midpoint ਹੈਗੇ ਨੇ ਇਹਦੇ ਵਿੱਚ ਆਪਣੇ ਕੋਲ then we can say here that QR is parallel to BD ਤੇ ਜੇ ਪੈਰਲਲ ਦੇ ਵਿੱਚ ਹੈ ਤਾਂ ਅਸੀਂ ਇਹ ਵੀ ਲਿਖ ਸਕਦੇ ਹਾਂ ਕਿ QR is equal to half of BD. Equation number 2. So from 1 and 2, from equation 1 and 2, ਆਪਾਂ ਨੂੰ ਦਿਖਦਾ ਪਿਆ ਕਿ ਸਾਫ਼ ਕਿ ਇੱਕ ਸਾਈਡ ਬਰਾਬਰ ਹੈ ਕਿ ਦੂਜੀ ਸਾਈਡ ਆਟੋਮੈਟਿਕਲੀ ਹੀ ਬਰਾਬਰ ਵੀ ਹੋ ਜਾਏਗੀ ਤੇ ਪੈਰਲਲ ਵੀ ਹੋ ਜਾਏਗੀ. So PS is parallel to QR and PS is equal to QR. ठीक है सेम ये सारा वही है जो ਅਸੀਂ ਪਿੱਛੇ ਕਰਕੇ ਆਏ ਪਹਿਲੇ ਕੁਐਸਚਨ 'ਚ ਵੀ ਕੀਤਾ ਦੂਜੇ ਕੁਐਸਚਨ 'ਚ ਵੀ ਸਟਾਰਟਿੰਗ 'ਚ ਕੀਤਾ ਉਹੀ ਸੇਮ ਚੀਜ਼ ਮੈਂ ਇੱਥੇ ਕੀਤੀ ਨਵਾਂ ਕੁਝ ਨਹੀਂ ਕੀਤਾ so PS is equal to QR thus PQRS is a parallelogram
ਅਸੀਂ ਆ ਪ੍ਰੂਫ ਕਰਤਾ ਕਿ ਇਹ ਇੱਕ ਪੈਰਲਲੋਗ੍ਰਾਮ ਹੈ। ਪੈਰਲਲੋਗ੍ਰਾਮ ਜੇ ਹੁਣ ਅਸੀਂ ਇਹ ਪ੍ਰੂਫ ਕਰਕੇ ਦਿਖਾਣਾ ਕਿ ਇਹਦੀ ਸਾਰੀ ਸਾਈਡਾਂ ਆਪਸ ਦੇ ਵਿੱਚ ਇਕੁਅਲ ਹੈਗੀਆਂ ਨੇ, ਕਿਉਂਕਿ ਇਹ ਰੋਮਬਸ ਹੈ। ਰੋਮਬਸ ਅਸੀਂ ਉਹਨੂੰ ਕਹਿੰਦੇ ਜਿੰਦੀ ਸਾਰੀਆਂ ਸਾਈਡਾਂ ਆਪਸ ਵਿੱਚ ਬਰਾਬਰ ਹੁੰਦੀਆਂ ਨੇ ਪਰ ਡਾਇਗਨਲਸ ਬਰਾਬਰ ਨਹੀਂ ਹੁੰਦੇ। ਸੋ ਇਹ ਆਪਾਂ ਪ੍ਰੂਫ ਕਰਤਾ ਕਿ PQRS ਇੱਕ ਆਪਣਾ ਪੈਰਲਲੋਗ੍ਰਾਮ ਹੈ। ਸੋ ਹੁਣ ਅਸੀਂ ਇਸ ਕੁਐਸਚਨ 'ਚ ਬਸ ਇਹ ਪ੍ਰੂਫ ਕਰਕੇ ਦਿਖਾਣਾ ਇਸ ਕਿ ਇਹ ਕੁਐਸਚਨ ਜਿਹੜਾ ਸੌਰੀ ਸਾਰੀ ਸਾਈਡਾਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਇੱਕ ਤਰੀਕੇ ਨਾਲ ਕਿਆ ਬਣਾਉਂਦੀਆਂ ਪਈਆਂ ਨੇ, ਇਕੁਅਲ ਨੇ। ਠੀਕ ਹੈ, ਸੋ ਇਹਦੇ ਲਈ ਆਪਾਂ ਨੂੰ ਟ੍ਰਾਇੰਗਲ ਚੂਜ਼ ਕਰਨੇ ਪੈਣੇ। ਹੁਣ ਕਿਹੜੇ ਵਾਲੇ ਟ੍ਰਾਇੰਗਲਸ ਜਿਹਨਾਂ ਨੂੰ ਆਪਾਂ ਪ੍ਰੂਫ ਸਿਰਫ ਆ ਕੀਤਾ ਹਲੇ ਕਿ PS is equal to QR. So now I'm going to use here in triangle PBQ and triangle RCQ। ਆ ਦੋ ਟ੍ਰਾਇੰਗਲ ਮੈਂ ਇਹਦੇ 'ਚ ਯੂਜ਼ ਕਰਦਾ। ਹੁਣ ਇਹਨਾਂ ਦੋਨੋਂ ਟ੍ਰਾਇੰਗਲ ਦੇ ਵਿੱਚ ਅਸੀਂ ਪਹਿਲਾਂ ਕੀ ਲਿਖ ਸਕਦੇ ਹਾਂ? ਦੇਖੋ ਫਸਟ ਤਾਂ ਤੁਸੀਂ ਆਹੀ ਲਿਖ ਸਕਦੇ ਹੋ, ਸਾਨੂੰ ਪਤਾ ਹੈ ਕਿ ਜਿਹੜਾ AB ਹੈ that is equal to CD because ABCD is rectangle। ਇਹ ਰੈਕਟੈਂਗਲ ਹੈ, ਇਸ ਕਰਕੇ ਸਾਡੇ ਬਰਾਬਰ ਨੇ। ਹੁਣ ਮੈਂ ਜੇ ਬਰਾਬਰ ਨੇ ਤਾਂ ਮੈਂ ਜੇ ਇਹਨਾਂ ਦਾ ਹਾਫ ਕਰ ਦੂੰਗਾ ਤਾਂ ਉਹ ਹਾਫ ਵੀ ਤਾਂ ਬਰਾਬਰ ਹੋਣਗੇ। ਸੋ AB ਦਾ ਹਾਫ ਜੇ ਅਸੀਂ ਕਰੀਏ, ਆ ਸਾਡਾ ਪੂਰਾ AB ਹੈ, ਇਸ AB ਦਾ ਜੇ ਅਸੀਂ ਹਾਫ ਕਰਾਂਗੇ then it become PB ਔਰ AP, but I am using here PB ਕਿਉਂਕਿ ਮੈਨੂੰ ਆਹ ਟ੍ਰਾਇੰਗਲ ਚਾਹੀਦਾ ਵਾ, ਇਸ ਕਰਕੇ ਮੈਂ ਇੱਥੇ PB ਲਿਖੂੰਗਾ ਨਾ ਕਿ ਮੈਂ AP ਲਿਖੂੰਗਾ। So here it will be PB is equal to CR। ठीक है, now next thing ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ that angle B is equal to angle C क्योंकि दोनों ही एंगल साढ़े जिहड़े ने वो 90 डिग्री दे ने, सो ईच 90 डिग्री। एंड थर्ड थिंग तुसी जिहड़ी इहदे च लिख सकदे हो दैट BQ is equal to QC क्योंकि Q is midpoint of BC। Q जिहड़ा है वो B से midpoint है, so therefore triangle PBQ is congruent to triangle RCQ by SAS। SAS ਨਾਲ ਇਹ ਸਾਡਾ congruence proof ਹੋ ਗਿਆ ਹੈ। ਸੋ ਜੇ congruence proof ਹੋ ਗਿਆ ਹੈ ਸੋ ਆਪਾਂ ਲਿਖ ਸਕਦੇ ਹਾਂ ਇਸ ਦੇ ਵਿੱਚ that PQ is equal to SR by CPCT। ठीक है, ये साढ़े आपस में बराबर हो गए ने। सो इस आप कह सकते हैं, सो फ्रॉम इक्वेशन नंबर दिस इज मान लो थर्ड, इनू फोर्थ कह देने फ्रॉम इक्वेशन थर्ड एंड फोर्थ we can write here that PQ is equal to QR is equal to SR is equal to PS। Therefore PQRS is a rhombus। ये साडा एक rhombus हो गया। ओके, सो इस तरीके ना अपना जिहड़ा है ये क्वेश्चन कंप्लीट हो गया अपने को। ठीक है, नाउ वी आर गोइंग टू मूव फॉर द क्वेश्चन नंबर 4। सो क्वेश्चन 4 क्या कहना आपको? क्वेश्चन 4 is saying कहना ABCD is a trapezium। A B C and D। ABCD is a trapezium। the नाम चलो कोई इशू नहीं है। ABCD is a trapezium। उन्हें क्या सानू कहना in which AB is parallel to DC। AB जरा DC के parallel है and BD is a diagonal। तो जरा BD है वो एक diagonal है। BD is a diagonal and E is the midpoint of AD। तो जरा
AD है इसका मिड पॉइंट अपने कोल E है। A line is drawn through E, एक ਅਸੀਂ E ਤੋਂ ਲਾਈਨ ਡਰਾ ਕਰਕੇ ਲੈ ਕੇ ਜਾ ਰਹੇ ਹਾਂ, that is parallel to AB, ਜਿਹੜੀ ਕਿ AB ਲਾਈਨ ਦੇ ਬਿਲਕੁਲ ਪੈਰਲਲ ਦੇ ਵਿੱਚ ਹੈ, ਤੇ BC ਲਾਈਨ ਨੂੰ A ਲਾਈਨ ਜਿਹੜੀ ਹੈ ਮੰਨ ਲਓ ਅਸੀਂ ਕਹਿ ਦਿੰਦੇ F ਤੇ ਕੱਟ ਕਰਦੀ ਹੈ। this point is F, ਐਂਡ ਜਿੱਥੇ ਆ ਦੋਨੋਂ ਆਪਸ ਚ ਇੰਟਰਸੈਕਟ ਕਰਦੇ ਪਏ ਨੇ, ਅਸੀਂ ਇਸ ਦਾ ਨਾਮ ਆਪਣੇ ਰੱਖ ਸਕਦੇ ਹਾਂ, ਜਿਵੇਂ ਮੈਂ ਇਹਦਾ ਨਾਮ ਰੱਖ ਦਿੰਦਾ P। So show that ਅਸੀਂ ਆ proof करके दिखाना है कि F is the midpoint of BC। ਅਸੀਂ ਆ proof करके दिखाना है कि F ਜਿਹੜਾ ਹੈ ਉਹ BC ਦਾ midpoint ਹੈ। ਆ ਸਾਡਾ ਮੇਨ ਟਾਰਗੇਟ ਹੈ, ਤਾਂ ਇਸ ਨੂੰ ਆਪਾਂ ਹੁਣ ਫੋਲੋ ਕਰਨਾ ਹੈ। So first of all ਆਪਾਂ ਨੂੰ ਇਸ ਕੁਐਸਚਨ 'ਚ ਗਿਵਨ ਹੈ, क्या ਗਿਵਨ ਹੈ, ABCD is a trapezium, ਇੱਕ ਆ ਗਿਵਨ ਹੈ ਆਪਾਂ ਨੂੰ, ਐਂਡ ਸੈਕਿੰਡ ਆਪਾਂ ਨੂੰ ਇਹਦੇ 'ਚ ਗਿਵਨ ਹੈ that EF is parallel to AB and E is the midpoint of AD। ਇਹ ਸਾਰਾ ਕੁਝ ਸਾਨੂੰ ਗਿਵਨ ਹੈ ਇਸ ਕੁਐਸਚਨ ਦੇ ਅੰਦਰ। ਤਾਂ ਫਸਟ ਆਫ ਆਲ ਜਿਹੜਾ ਹੈ ਅਸੀਂ ਟੂ ਪ੍ਰੂਫ ਜੋ ਕਰਕੇ ਦਿਖਾਣਾ ਹੈ ਉਹ ਇਹ ਹੈ ਕਿ F is the midpoint, F is the midpoint। हाँ ਅਸੀਂ इस क्वेश्चन जो प्रूव करके दिखाना है। तो फर्स्ट ऑफ ऑल जो इनके लिए ਅਸੀਂ ਕਰਦੇ ਪਏ ਹਾਂ ਕਿ ਆਪਾਂ ਇਸ क्वेश्चन ਦੇ ਲਈ ट्रायंगल ਜਿਹੜਾ यूज ਕਰਦੇ ਪਏ ਹਾਂ ਉਹ ट्रायंगल ਇਹਦੇ ਚ ਅਸੀਂ ਕਹਿ ਸਕਦੇ ਹਾਂ that is ਆਪਾਂ DAB ट्रायंगल यूज ਕਰਨਾ ਵਾ। ਠੀਕ ਹੈ, ਅਸੀਂ DAB ट्रायंगल ਤੋਂ ਫਿਰ ਅਸੀਂ ਇਧਰ ਵਾਲੀ ਸਾਈਡ ਤੇ ਵਾਲੀ ट्रायंगल BCD ट्रायंगल ਵੱਲ ਆਵਾਂਗੇ। ਸੋ ਫਸਟ ਮੈਂ ਇਹਦੇ ਚ ਗੱਲ ਕਰ ਰਿਹਾ ਇਨ ट्रायंगल proof ADB ट्रायंगल ਦੀ ਜੇ ਆਪਾਂ ਗੱਲ ਕਰੀਏ ਤਾਂ ਸਾਨੂੰ ਪਤਾ ਹੈ ਕਿ E ਜਿਹੜਾ ਹੈ ਉਹ ਮਿਡ ਪੁਆਇੰਟ ਹੈ, E is the ਮਿਡ ਪੁਆਇੰਟ, ਤੇ ਜੇ ਮਿਡ ਪੁਆਇੰਟ ਹੈ E of AB ਤਾਂ ਮਿਡ ਪੁਆਇੰਟ ਥਿਓਰਮ ਅਸੀਂ ਲਗਾ ਸਕਦੇ ਹਾਂ ਇਸ ਕੁਐਸਚਨ ਦੇ ਉੱਪਰ that EP is parallel to AB। ਜਿਹੜਾ EP ਹੈ ਉਹ AB ਦੇ ਪੈਰਲਲ ਦੇ ਵਿੱਚ ਹੈ। ਜੇ EP ਪੈਰਲਲ ਹੈ AB ਦੇ, ਆਪਾਂ ਫਿਰ ਪੂਰੀ ਸਾਈਡ ਵੀ ਕਹਿ ਸਕਦੇ ਹਾਂ, ਯਾਨੀ ਕਿ EF is also parallel to AB, ਕਿਉਂਕਿ ਜੇ ਹਾਫ ਪੈਰਲਲ ਹੈ ਤਾਂ ਪੂਰੀ ਸਾਈਡ ਵੀ ਜਿਹੜੀ ਹੈ ਉਸ ਦੇ ਪੈਰਲਲ ਦੇ ਵਿੱਚ ਹੀ ਹੋਏਗੀ। ਠੀਕ ਹੈ, तो इट मीन्स ਆਪਾਂ ਕਹਿ ਸਕਦੇ ਹਾਂ ਇਹਦੇ 'ਚ क्या ਕਹਿ ਸਕਦੇ ਹਾਂ ਕਿ P is also midpoint of BD। ਜਿਹੜਾ P ਹੈ ਉਹ ਜਿਹੜਾ ਹੈ ਮਿਡ ਪੁਆਇੰਟ ਹੋਏਗਾ ਆਪਣੇ ਕੋਲ BD ਦਾ ਇਨ ਟ੍ਰਾਇੰਗਲ DAB ਜਾਂ ADB ਟ੍ਰਾਇੰਗਲ ਦੇ ਵਿੱਚ, ਇਹ ਆਪਣਾ ਮਿਡ ਪੁਆਇੰਟ ਹੋਏਗਾ ਜੋ ਆਪਾਂ ਆਪਣੇ ਮਿਡ ਪੁਆਇੰਟ ਥਿਓਰਮ ਦੇ ਅਕੋਰਡਿੰਗ ਪੜ੍ਹੇ। ਜੇ ਇਸ ਸਾਈਡ ਮਿਡ ਪੁਆਇੰਟ ਹੈ ਤਾਂ ਇਧਰ ਵਾਲੇ ਪਾਸੇ ਵੀ ਮਿਡ ਪੁਆਇੰਟ ਹੋਏਗਾ, ਕਿਉਂਕਿ ਆਹ ਲਾਈਨ ਜਿਹੜੀ ਹੈ ਇਸ ਦੇ ਪੈਰਲਲ ਦੇ ਵਿੱਚ ਹੈ। ਮਿਡ ਪੁਆਇੰਟ ਥਿਓਰਮ ਦੇ ਅਕੋਰਡਿੰਗ ਆਪਾਂ ਇਸ ਨੂੰ ਕਰਕੇ ਦਿਖਾ ਰਹੇ ਹਾਂ। ਨਾਓ ਹੁਣ ਆਪਾਂ ਮੂਵ ਕਰਦੇ ਹਾਂ ਇਨ ਟ੍ਰਾਇੰਗਲ BCD। ਸੋ BC ट्रायंगल ਦੇ ਵਿੱਚ ਆਪਾਂ ਗੱਲ ਕਰੀਏ, ਸਾਨੂੰ ਪਤਾ ਹੈ ਕਿ ਆ ਮਿਡ ਪੁਆਇੰਟ ਹੈ। ਪਹਿਲਾਂ ਅਸੀਂ ਕਿਹਾ ਸੀ ਆ ਮਿਡ ਪੁਆਇੰਟ ਹੈ, ਜੇ ਆ ਮਿਡ ਪੁਆਇੰਟ ਹੈ ਤੇ ਆ ਇਸੇ ਪੈਰਲਲ ਦੇ ਵਿੱਚ ਹੈ, ਜੇ ਪੈਰਲਲ ਦੇ ਵਿੱਚ ਇਟ ਮੀਨਸ P ਵੀ ਜਿਹੜਾ ਹੈ ਉਹ ਮਿਡ ਪੁਆਇੰਟ ਹੋਏ। ਹੁਣ ਮੈਂ ਇਸ ट्रायंगल ਦੀ ਗੱਲ ਕਰਦਾ ਪਿਆ, ਹੁਣ ਇਸ ट्रायंगल 'ਚ ਮੈਨੂੰ ਇਹ ਪਤਾ ਹੈ ਕਿ P ਮਿਡ ਪੁਆਇੰਟ ਹੈ। ਠੀਕ ਹੈ, since P is the midpoint of BD, ਜਿਹੜਾ P ਹੈ ਉਹ ਮਿਡ ਪੁਆਇੰਟ ਹੈ BD ਦਾ। ਸੋ ਜੇ ਮਿਡ ਪੁਆਇੰਟ ਹੈ इसका मतलब PF is parallel to DC। ਜਿਹੜਾ PF ਹੈ ਉਹ DC ਦੇ ਪੈਰਲਲ ਦੇ ਵਿੱਚ ਹੋਏਗਾ। ਜੇ PF DC ਦੇ ਪੈਰਲਲ ਦੇ ਵਿੱਚ ਹੈ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ therefore EF ਯਾਨੀ ਪੂਰੀ ਸਾਈਡ is parallel to DC। ਤਾਂ EF ਵੀ ਜਿਹੜੀ ਹੈ DC ਦੇ ਪੈਰਲਲ ਦੇ ਵਿੱਚ ਹੋਏਗਾ। ਤੇ ਜੇ EF ਪੈਰਲਲ ਹੈ DC ਦੇ, पूरी साइड पैरेलल अगर DC दे है तो आप एक मिड पॉइंट थ्योरम लगा सकते हैं अपनी, क्या कह सकते हैं फिर आप, thus F is the midpoint
B C, ठीक है भी ਆਪਾਂ ਇਹ ਜਿਹੜਾ F है ਉਹ ਵੀ ਇੱਕ ਤਰੀਕੇ ਦਾ ਜਿਹੜਾ ਹੈ ਇਸ ਦਾ ਮਿਡ ਪੁਆਇੰਟ ਹੋਏਗਾ ਜੋ ਅਸੀਂ ਇਸ ਕੁਐਸਚਨ 'ਚ ਪ੍ਰੂਵ ਕਰਨਾ ਚਾਹੁੰਦੇ ਸੀ ਕਹਿੰਦੇ ਜੀ, ਠੀਕ ਹੈ ਆ ਚੀਜ਼ ਨੂੰ ਕੁਐਸਚਨ 'ਚ।